आओ पंजाबी पढ़िए जी, बिच दिलां दे जड़िए जी। आओ पंजाबी पढ़िए जी, बिच दिलां दे जड़िए जी। माँ बोली पंजाबी बई, सोहनी बोली साडी बई। सोहनी सोहनी लिखिए बई, लिखदे लिखदे सिखिए बई। आओ पंजाबी आओ पंजाबी पढ़िए जी, बिच दिलां दे जड़िए जी। आओ पंजाबी पढ़िए जी, आओ पंजाबी पढ़िए जी, आओ पंजाबी पढ़िए जी। फुल्लां वांग खिड़े होए प्यारे प्यारे विद्यार्थियों, प्यार भरी सत श्री अकाल। खिड़िया होया फुੱਲ वेख के साडा मन खिड़ जांदा, खिड़िया होया फुੱਲ वेख के साडा आला दुआला खिड़ जांदा। असीं जदों भी फुੱਲ खिड़े होए वेखदे हां ਤਾਂ ਉਸ ਦੇ ਨਾਲ ਸਾਡੇ ਮਨ ਦੀ ਅਵਸਥਾ ਬਦਲ ਜਾਂਦੀ ਹੈ। ਖਿੜਿਆ ਹੋਇਆ ਫੁੱਲ, ਖਿੜੇ ਹੋਏ ਚਿਹਰੇ, ਨੱਚਦੇ ਟੱਪਦੇ ਗਾਉਂਦੇ ਹੋਏ ਬੱਚੇ ਸਾਰਿਆਂ ਨੂੰ ਪਿਆਰੇ ਲੱਗਦੇ ਨੇ। ਤੁਹਾਡੇ ਕਰਕੇ ਵਿਹੜਿਆਂ ਵਿੱਚ ਰੌਣਕਾਂ ਨੇ, ਤੁਹਾਡੇ ਕਰਕੇ ਸਕੂਲਾਂ ਵਿੱਚ ਰੌਣਕਾਂ ਨੇ, ਤੁਹਾਡੇ ਕਰਕੇ ਬਾਜ਼ਾਰਾਂ ਵਿੱਚ, ਤੁਹਾਡੇ ਕਰਕੇ ਸ਼ਹਿਰਾਂ ਵਿੱਚ, ਤੁਹਾਡੇ ਕਰਕੇ ਪਿੰਡਾਂ ਵਿੱਚ, ਤੁਹਾਡੇ ਕਰਕੇ ਸਾਰੀ ਦੁਨੀਆ 'ਤੇ ਰੌਣਕਾਂ ਨੇ। ਤੁਸੀਂ ਵੀ ਆਪਣੇ ਮਾਂ-ਬਾਪ ਦੀ ਅੱਖ ਦੇ ਤਾਰੇ ਹੋ, ਤੁਸੀਂ ਵੀ ਇਸ ਬਾਗ ਬਗੀਚੇ ਦੇ ਫੁੱਲ ਹੋ। ਜਿਹੜਾ ਅੱਜ ਅਸੀਂ ਪਾਠ ਪੜ੍ਹਨਾ ਹੈ ਉਹ 6ਵੀਂ ਜਮਾਤ ਦੀ ਪਾਠ ਪੁਸਤਕ ਦੇ ਵਿੱਚ ਫੁੱਲਾਂ ਵੱਲੋਂ ਇੱਕ ਸੁਨੇਹਾ ਹੈ। ਉਹ ਕੀ ਸੁਨੇਹਾ ਦਿੰਦਾ ਹੈ ਸਾਡਾ ਕਵੀ ਸ਼੍ਰੀ ਤੇਰਾ ਸਿੰਘ ਚੰਨ 6ਵੀਂ ਜਮਾਤ ਦੀ ਪਾਠ ਪੁਸਤਕ ਦੇ ਵਿੱਚ ਫੁੱਲਾਂ ਦਾ ਸੁਨੇਹਾ ਤਿਤਲੀ ਨੂੰ ਤੇ ਭੌਰੇ ਨੂੰ। ਕਿਉਂਕਿ ਤੁਸੀਂ ਜਦੋਂ ਵੀ ਖਿੜੇ ਹੋਏ ਫੁੱਲਾਂ ਦੇ ਬਾਗ ਵੇਖਦੇ ਹੋ ਜਾਂ ਫੁੱਲਾਂ ਦੀਆਂ ਖਿੜੀਆਂ ਹੋਈਆਂ ਕਿਆਰੀਆਂ ਵੇਖਦੇ ਹੋ ਤਾਂ ਉੱਥੇ ਤੁਸੀਂ ਤਿਤਲੀਆਂ ਵੇਖਦੇ ਹੋ, ਭੌਰੇ ਵੇਖਦੇ ਹੋ। ਉਹ ਤਿਤਲੀਆਂ ਤੇ ਭੌਰੇ ਫੁੱਲਾਂ ਦੇ ਬਾਰੇ ਆਪਸ ਵਿੱਚ ਕੀ ਗੱਲਬਾਤ ਕਰਦੇ ਨੇ। ਬਹੁਤ ਖੂਬਸੂਰਤ ਰਚਨਾ ਸਾਡੇ ਬਹੁਤ ਹੀ ਪਿਆਰੇ ਕਵੀ ਸ਼੍ਰੀ ਤੇਰਾ ਸਿੰਘ ਚੰਨ, ਜਿਹੜੇ ਆਪਣੀਆਂ ਇਸ ਤਰ੍ਹਾਂ ਦੀਆਂ ਰਚਨਾਵਾਂ ਕਰਕੇ ਬਹੁਤ ਮਕਬੂਲ ਹੋਏ ਨੇ। ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਕਾਵ ਨਾਟਕਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਥਾਨ ਹੈ। ਇਹ ਪਿਆਰੀ ਰਚਨਾ ਉਹਨਾਂ ਨੇ ਇਸ ਕਰਕੇ ਹੀ ਲਿਖੀ ਹੈ ਕਿ ਸਾਡੇ ਪਿਆਰੇ ਪਿਆਰੇ ਬੱਚੇ ਇਸ ਨੂੰ ਇੱਕ ਨਾਟਕ ਵਾਂਗ ਪਹਿਲਾਂ ਇਸ ਨੂੰ ਯਾਦ ਕਰ ਲੈਣ ਅਤੇ ਉਸ ਦੇ ਬਾਅਦ ਆਪਣੀ ਜਮਾਤ ਵਿੱਚ ਜਾਂ ਆਪਣੇ ਸਕੂਲ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਇਸ ਨੂੰ ਗਾ ਕੇ, ਇਸੇ ਤਰ੍ਹਾਂ ਹੀ ਜਿਵੇਂ ਇੱਕ ਵਾਰ ਤਿਤਲੀ ਬੋਲਦੀ ਹੈ ਉਸ ਤੋਂ ਬਾਅਦ ਭੌਰਾ ਬੋਲਦਾ ਹੈ, ਉਹਨਾਂ ਦੀ ਆਪਸ ਵਿੱਚ ਕੀ ਵਾਰਤਾਲਾਪ ਹੁੰਦੀ ਹੈ ਅਤੇ ਉਸ ਵਾਰਤਾਲਾਪ ਤੋਂ ਬਾਅਦ ਜਿਹੜੇ ਫੁੱਲ ਨੇ ਖਿੜੇ ਹੋਏ ਇਹ ਕੀ ਉਹਨਾਂ ਨੂੰ ਸੁਨੇਹਾ ਦਿੰਦੇ ਨੇ। ਪਹਿਲਾਂ ਆਪਾਂ ਇਸ ਖੂਬਸੂਰਤ ਰਚਨਾ ਨੂੰ ਗਾ ਕੇ ਪੜ੍ਹਦੇ ਹਾਂ। ਪਹਿਲਾਂ ਮੈਂ ਇਸ ਨੂੰ ਗਾ ਕੇ ਤੁਹਾਡੇ ਨਾਲ ਸਾਂਝੀ ਕਰਦਾ ਹਾਂ, ਉਸ ਤੋਂ ਬਾਅਦ ਆਪਾਂ ਰਲ ਕੇ ਸਾਰੇ ਇਸ ਨੂੰ ਪੜ੍ਹਾਂਗੇ। ਸੋ ਮੈਂ ਇਸ ਨੂੰ ਗਾ ਕੇ ਸ਼ੁਰੂ ਕਰਦਾ ਹਾਂ। ਤੁਸੀਂ ਆਪਣੀ ਪਾਠ ਪੁਸਤਕ ਤੋਂ ਇਸ ਦੇ ਨਾਲ ਪੜ੍ਹ ਸਕਦੇ ਹੋ ਜਾਂ ਮੇਰੇ ਨਾਲ ਵੀ ਤੁਸੀਂ ਗਾ ਸਕਦੇ ਹੋ। ਅਤੇ ਇਸ ਤੋਂ ਬਾਅਦ ਇੱਕ ਹੋਰ ਜ਼ਰੂਰੀ ਗੱਲ, ਜਿਹੜੇ ਵਿਦਿਆਰਥੀਆਂ ਦੇ ਕੋਲ ਕਾਪੀ ਅਤੇ ਪੈਨ ਹੈ, ਬਹੁਤ ਸਿਆਣੇ ਵਿਦਿਆਰਥੀ ਨੇ ਜਿਨ੍ਹਾਂ ਕੋਲ ਕਾਪੀ ਅਤੇ ਪੈਨ ਨਹੀਂ ਹੈ, ਉਹਨਾਂ ਨੇ ਵੀ ਆਪਣੇ ਕੋਲ ਕਾਪੀ ਅਤੇ ਪੈਨ ਜ਼ਰੂਰ ਰੱਖ ਲੈਣੇ ਨੇ। ਜਦੋਂ ਅਸੀਂ ਕੋਈ ਪਾਠ ਸੁਣਦੇ ਹਾਂ, ਗਾਉਂਦੇ ਹਾਂ, ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਬਦ, ਇਸ ਤਰ੍ਹਾਂ ਦੇ ਵਿਚਾਰ ਸਾਡੇ ਮਨ ਵਿੱਚ ਆਉਂਦੇ ਨੇ, ਜਿਨ੍ਹਾਂ ਨੂੰ ਅਸੀਂ ਅਗਰ ਲਿਖ ਲੈਂਦੇ ਹਾਂ ਤਾਂ ਸਾਨੂੰ ਹਮੇਸ਼ਾ ਲਈ ਉਹ ਯਾਦ ਰਹਿੰਦੇ ਨੇ। ਸੋ ਇਸ ਕਰਕੇ ਕਾਪੀ ਅਤੇ ਪੈਨ ਆਪਾਂ ਆਪਣੇ ਕੋਲ ਰੱਖਣ ਦੀ ਇੱਕ ਬਹੁਤ ਜ਼ਰੂਰੀ ਆਦਤ ਬਣਾ ਲੈਣੀ ਹੈ ਪਾਠ ਪੜ੍ਹਨ ਵੇਲੇ ਵੀ। ਇਸ ਤੋਂ ਬਾਅਦ ਜਦੋਂ ਕੋਈ ਹਰ ਰੋਜ਼ ਰੋਜ਼ਾਨਾ ਸਾਨੂੰ ਕੋਈ ਵਧੀਆ ਗੱਲ ਪਤਾ ਲੱਗੇ, ਵਧੀਆ ਵਿਚਾਰ ਪਤਾ ਲੱਗੇ, ਉਸ ਨੂੰ ਵੀ ਅਸੀਂ ਅਗਰ ਆਪਣੀ ਕਾਪੀ 'ਤੇ ਨੋਟ ਕਰਦੇ ਰਹਾਂਗੇ ਤਾਂ ਇਹ ਵੀ ਇੱਕ ਬਹੁਤ ਵਧੀਆ ਆਦਤ ਹੁੰਦੀ ਹੈ। ਇਸ ਨਾਲ ਸਾਡੇ ਕੋਲ ਵਧੀਆ ਵਿਚਾਰ ਇਕੱਠੇ ਹੋ ਜਾਂਦੇ ਨੇ। ਅਸੀਂ ਉਹਨਾਂ ਵਿਚਾਰਾਂ ਨੂੰ ਆਪਣੇ ਸਕੂਲ ਦੇ ਪ੍ਰੋਗਰਾਮ ਵਿੱਚ ਜਾਂ ਆਪਣੀ ਜ਼ਿੰਦਗੀ ਵਿੱਚ ਸਾਨੂੰ ਇਹਨਾਂ ਵਿਚਾਰਾਂ ਦੀ ਹਮੇਸ਼ਾ ਹੀ ਜ਼ਰੂਰਤ ਰਹਿੰਦੀ ਹੈ। ਸੋ ਇਹ ਵਿਚਾਰ ਸਾਡੇ ਹਮੇਸ਼ਾ ਲਈ ਕੰਮ ਆਉਂਦੇ ਨੇ। ਸੋ ਅੱਜ ਦੀ ਜਿਹੜੀ ਕਵਿਤਾ ਹੈ ਫੁੱਲਾਂ ਦਾ ਸੁਨੇਹਾ, ਫੁੱਲ ਤਿਤਲੀਆਂ ਨੂੰ, ਭੌਰਿਆਂ ਨੂੰ ਕੀ ਸੁਨੇਹਾ ਦਿੰਦੇ ਨੇ ਇਹ ਤਾਂ ਸਾਨੂੰ ਪੜ੍ਹ ਕੇ ਹੀ ਪਤਾ ਲੱਗੂਗਾ। ਸੋ ਇੱਕ ਵਾਰ ਆਪਾਂ ਇਸ ਕਵਿਤਾ ਨੂੰ ਗਾਉਂਦੇ ਹਾਂ, ਉਸ ਤੋਂ ਬਾਅਦ ਆਪਾਂ ਇਸ ਨੂੰ ਸਮਝਦੇ ਹਾਂ ਕਿ ਕਵੀ ਸਾਨੂੰ ਕੀ ਕਹਿਣਾ ਚਾਹੁੰਦਾ ਹੈ। ਪਹਿਲਾਂ ਤਿਤਲੀ ਜੋ ਕਹਿ ਰਹੀ ਹੈ, ਮੈਂ ਤਿਤਲੀ ਸੁੰਦਰ ਬਾਗ ਦੀ, ਮੇਰੇ ਫੁੱਲਾਂ ਦੇ ਕਈ ਰੰਗ, ਜਿਉਂ ਚੁੰਨੀਆਂ ਰੰਗ ਬਰੰਗੀਆਂ, ਕੋਈ ਥਾਂ ਥਾਂ ਦੇਵੇ ਟੰਗ। ਇਹ ਰੰਗ ਨੀ ਮੇਰੇ ਆਪਣੇ, ਫੁੱਲਾਂ ਤੋਂ ਲਏ ਨੇ ਮੰਗ। ਮੈਂ ਫੁੱਲਾਂ ਗਿਰਦੇ ਘੁੰਮਦੀ, ਨਿਤ ਹੋ ਕੇ ਮਸਤ ਮਲੰਗ। ਮੈਨੂੰ ਡਰ ਨਹੀਂ ਕਿਸੇ ਵੀ ਹੋਰ ਦਾ,
मैं होके फिरां निसंग। रहे खिड़िया फुल हमेशे मेरे दिल दी हो अमंग, मेरे दिल दी हो अमंग। तितली दी गल सुनन तो बाद फिर भौरा की जवाब दिंदा, आपां हुण उस नूं गाउंदे हां। मैं भौरा सुंदर बाग दा मेरा फुल्लां नाल प्यार, मेरे साहां अंदर महकदी इन्हां फुल्लां जही बहार। मैं पी पी रस जिउंदा मैनू चढ़िया रहे खमार। इन्हां फुल्लां करके जापदा मैनू सुंदर सब संसार। नित राग सणावा इन्हां नू मैं छेड़ के दिल दी तार। मैं नौकर बिन तनख्वाह दे इन्हां फुल्लां दे दरबार, इन्हां फुल्लां दे दरबार, इन्हां फुल्लां दे दरबार। भौरा जदों अपनी गल इस तरह गा के कहंदा तां फिर तितली की जवाब दिंदी आ भौरे नूं। जा बैठ परां बड़ बोलिया ना सिर ते चढ़दा जा, मैं खंभ हिला के अपने हर फुल नूं दिया हवा। ज्यों पक्खा चल के सुंदरी दे अपना कंत सवा। तू उल्टा करके भू भू रेहा सुतिया ताई जगा, रेहा सुतिया ताई जगा। जानी वड्डियां अकलां वालिए तेरा नाल अकल दे बैर। जो सुते रहे सो मर गए नहीं पैंदी उन्हां नूं खैर। जो जागण मारन मंजला, जो जागण मारन मंजला नी ओ अगावदा के पैर। तू मित्र नहीं है फुल दी तू दुश्मन कोई गैर, तू दुश्मन कोई गैर, तू दुश्मन कोई गैर। फिर तितली की कहंदी आ, मैं फुल्लां अंदर वसदी ज्यों ना विच खुशबू। मैं फुल्लां अंदर वसदी ज्यों ना विच खुशबू। भौरा अगों जवाब दिंदा, कुल रंग रचा के रोम रोम, कुल रंग रचा के रोम रोम। मैं आप गया रंग हो, मैं आप गया रंग हो। जदों तितलियां ते भौरे ये गल्लां करदे ने तां उस वेले फिर फुੱਲ उन्हां नूं जवाब दिंदा कि तुसीं लड़दे क्यों हो। आपां हुण फुੱਲ उन्हां नूं की जवाब दिंदा आपां हुण ओह पढ़दे हां। क्यों लड़दे हो मेरे आशिको मैनू दोहां नाल प्यार। नहीं उच्चा नीवा कोई भी मैं जाना सब एक सार। मैं पर पर बंडा चोलियां मेरा भरिया रहे भंडार, मेरा भरिया रहे भंडार। तुसी दिओ असीसां सोहणिओ मेरी महकी रहे गुलजार। ये खुशबू तुहाडे वास्ते ते तुहाडे लई ने रंग। रहो हसदे रसदे खेड़दे मेरे दिल दी एहो उमंग। ना खंबड़ी टुटे किसे दी
ना बीणी ओ टुटे बंग। रल बचन दियो मैनू सुचड़ा, नहीं कदे करांगे जंग, नहीं कदे करांगे जंग, नहीं कदे करांगे जंग। प्यारे विद्यार्थियों, किन्नी खूबसूरत कविता तेरा सिंह चंन होरां ने तुहाडे वास्ते लिखी है। फुल्लां दा सुनेहा। फुੱਲ ਨੂੰ ਦੋਵੇਂ ਪਿਆਰ ਕਰਦੇ ਨੇ, ਤਿਤਲੀ ਵੀ ਭੌਰਾ ਵੀ। ਉਹ ਆਪਸ ਵਿੱਚ ਲੜ ਰਹੇ ਨੇ ਕਿ ਤਿਤਲੀ ਕਹਿੰਦੀ ਹੈ ਕਿ ਮੈਂ ਇਸ ਤਰ੍ਹਾਂ ਫੁੱਲ ਦਾ ਖਿਆਲ ਰੱਖਦੀ ਹਾਂ। ਭੌਰਾ ਆਪਣੀ ਭਾਸ਼ਾ ਦੇ ਵਿੱਚ ਕਹਿੰਦਾ ਹੈ, ਆਪਣੇ ਤਰੀਕੇ ਦੱਸਦਾ ਹੈ ਕਿ ਮੈਂ ਇਸ ਤਰ੍ਹਾਂ ਖਿਆਲ ਰੱਖਦਾ ਹਾਂ। ਪਹਿਲਾਂ ਆਪਾਂ ਇਸ ਕਵਿਤਾ ਨੂੰ ਤੁਹਾਡੇ ਨਾਲ ਗਾ ਕੇ ਪੜ੍ਹਦੇ ਹਾਂ। ਮੈਂ ਤੁਹਾਡੇ ਅੱਗੇ ਬੋਲਾਂਗਾ ਤੇ ਤੁਸੀਂ ਮੇਰੇ ਪਿੱਛੇ ਬੋਲਣਾ ਹੈ। ਉਸ ਤੋਂ ਬਾਅਦ ਆਪਾਂ ਇਹਨਾਂ ਦੀ ਕੀ ਉਹ ਗੱਲ ਕਹਿਣਾ ਚਾਹੁੰਦੇ ਨੇ ਉਹ ਵੀ ਵਿਆਖਿਆ ਕਰਾਂਗੇ, ਗੱਲਬਾਤ ਕਰਾਂਗੇ, ਇਹਨਾਂ ਦੇ ਆਪਾਂ ਅਰਥ ਵੀ ਸਮਝਾਂਗੇ। ਪਹਿਲਾਂ ਆਪਾਂ ਇਸ ਕਵਿਤਾ ਨੂੰ ਗਾਉਂਦੇ ਹਾਂ ਸਾਰੇ ਜਾਣੇ ਰਲ ਕੇ। ਮੈਂ ਤਿਤਲੀ ਸੁੰਦਰ ਬਾਗ ਦੀ, ਮੇਰੇ ਫੁੱਲਾਂ ਦੇ ਕਈ ਰੰਗ, ਜਿਉਂ ਚੁੰਨੀਆਂ ਰੰਗ ਬਰੰਗੀਆਂ, ਕੋਈ ਥਾਂ ਥਾਂ ਦੇਵੇ ਟੰਗ। ਇਹ ਰੰਗ ਨੀ ਮੇਰੇ ਆਪਣੇ, ਫੁੱਲਾਂ ਤੋਂ ਲਏ ਨੇ ਮੰਗ। ਮੈਂ ਫੁੱਲਾਂ ਗਿਰਦੇ ਘੁੰਮਦੀ, ਨਿਤ ਹੋ ਕੇ ਮਸਤ ਮਲੰਗ। ਮੈਨੂੰ ਡਰ ਨਹੀਂ ਕਿਸੇ ਹੋਰ ਦਾ, ਮੈਂ ਹੋ ਕੇ ਫਿਰਾਂ ਨਿਸੰਗ। ਰਹੇ ਖਿੜਿਆ ਫੁੱਲ ਹਮੇਸ਼ ਏ, ਮੇਰੇ ਦਿਲ ਦੀ ਇਹੋ ਮੰਗ, ਮੇਰੇ ਦਿਲ ਦੀ ਇਹੋ ਮੰਗ। ਮੈਂ ਪੌਰਾ ਸੁੰਦਰ ਬਾਗ ਦਾ, ਮੇਰਾ ਫੁੱਲਾਂ ਨਾਲ ਪਿਆਰ, ਮੇਰੇ ਸਾਹਾਂ ਅੰਦਰ ਮਹਿਕਦੀ, ਇਹਨਾਂ ਫੁੱਲਾਂ ਜਹੀ ਬਹਾਰ। ਮੈਂ ਪੀ ਪੀ ਰਸ ਜਿਉਂਦਾ, ਮੈਨੂੰ ਚੜਿਆ ਰਹੇ ਖੁਮਾਰ। ਇਹਨਾਂ ਫੁੱਲਾਂ ਕਰਕੇ ਜਾਪਦਾ, ਮੈਨੂੰ ਸੁੰਦਰ ਸਭ ਸੰਸਾਰ। ਨਿਤ ਰਾਗ ਸੁਣਾਵਾਂ ਇਹਨਾਂ ਨੂੰ, ਮੈਂ ਛੇੜ ਕੇ ਦਿਲ ਦੀ ਤਾਰ। ਮੈਂ ਨੌਕਰ ਬਿਨ ਤਨਖਾਹ ਦੇ, ਇਹਨਾਂ ਫੁੱਲਾਂ ਦੇ ਦਰਬਾਰ। ਜਾ ਬੈਠ ਪਰਾਂ ਬੜ ਬੋਲਿਆ, ਨਾ ਸਿਰ ਤੇ ਚੜਦਾ ਜਾ। ਮੈਂ ਖੰਭ ਹਿਲਾ ਕੇ ਆਪਣੇ, ਹਰ ਫੁੱਲ ਨੂੰ ਦਿਆਂ ਹਵਾ। ਜਿਉਂ ਪੱਖਾ ਚੱਲ ਕੇ ਸੁੰਦਰੀ, ਦੇ ਆਪਣਾ ਕੰਤ ਸਵਾ। ਤੂੰ ਉਲਟਾ ਕਰਕੇ ਭੂੰ ਭੂੰ, ਰਿਹਾ ਸੁੱਤਿਆਂ ਤਾਈਂ ਜਗਾ।
ਜਾ ਵੱਡੀਆਂ ਅਕਲਾਂ ਵਾਲੀਏ ਤੇਰਾ ਨਾਲ ਅਕਲ ਦੇ ਬੈਰ ਜੋ ਸੁੱਤੇ ਰਹੇ ਸੋ ਮਰ ਗਏ ਨਹੀਂ ਪੈਂਦੀ ਉਹਨਾਂ ਨੂੰ ਖੈਰ ਜੋ ਜਾਗਣ ਮਾਰਨ ਮੰਜ਼ਲਾਂ ਉਹ ਅੱਗੇ ਵਧਾ ਕੇ ਪੈਰ ਤੂੰ ਮਿੱਤਰ ਨਹੀਂ ਏ ਫੁੱਲ ਦੀ ਤੂੰ ਦੁਸ਼ਮਣ ਕੋਈ ਗੈਰ ਮੈਂ ਫੁੱਲਾਂ ਅੰਦਰ ਵਸਦੀ ਜਿਉਂ ਉਹਨਾਂ ਵਿੱਚ ਖੁਸ਼ਬੂ ਕੁੱਲ ਰੰਗ ਰਚਾ ਕੇ ਰੋਮ ਰੋਮ ਮੈਂ ਆਪ ਗਿਆ ਰੰਗ ਹੋ ਕਿਉਂ ਲੜਦੇ ਹੋ ਮੇਰੇ ਆਸ਼ਿਕੋ ਮੈਨੂੰ ਦੋਹਾਂ ਨਾਲ ਪਿਆਰ ਨਹੀਂ ਉੱਚਾ ਨੀਵਾਂ ਕੋਈ ਵੀ ਮੈਂ ਜਾਣਾ ਸਭ ਇਕਸਾਰ ਮੈਂ ਭਰ ਭਰ ਵੰਡਾ ਝੋਲੀਆਂ ਮੇਰਾ ਭਰਿਆ ਰਹੇ ਭੰਡਾਰ ਤੁਸੀਂ ਦਿਓ ਅਸੀਸਾਂ ਸੋਹਣਿਓ ਮੇਰੀ ਮਹਿਕੀ ਰਹੇ ਗੁਲਜ਼ਾਰ ਇਹ ਖੁਸ਼ਬੂ ਤੁਹਾਡੇ ਵਾਸਤੇ ਤੇ ਤੁਹਾਡੇ ਲਈ ਨੇ ਰੰਗ ਰਹੋ ਵਸਦੇ ਹੱਸਦੇ ਖੇਡਦੇ ਮੇਰੇ ਦਿਲ ਦੀ ਇਹੋ ਉਮੰਗ ਨਾ ਖੰਬੜੀ ਟੁੱਟੇ ਕਿਸੇ ਦੀ ਨਾ ਬੀੜੀਓ ਟੁੱਟੇ ਭੰਗ ਨਾਲ ਬਚਨ ਦਿਓ ਮੈਨੂੰ ਸੁੱਚੜਾ ਨਹੀਂ ਕਦੇ ਕਰਾਂਗੇ ਜੰਗ ਨਹੀਂ ਕਦੇ ਕਰਾਂਗੇ ਜੰਗ ਪਿਆਰੇ ਵਿਦਿਆਰਥੀਓ, ਤੁਸੀਂ ਬਹੁਤ ਖੂਬਸੂਰਤ ਢੰਗ ਨਾਲ ਇਸ ਕਵਿਤਾ ਨੂੰ ਗਾਇਆ। ਗਾਉਂਦਿਆਂ ਗਾਉਂਦਿਆਂ ਤੁਸੀਂ ਸਮਝ ਗਏ ਹੋਵੋਗੇ ਕਿ ਤਿਤਲੀ ਤੇ ਭੌਰਾ ਉਹਨਾਂ ਦੀ ਲੜਾਈ ਕਿਹੜੀ ਗੱਲ ਦੀ ਆ ਤੇ ਇਸ ਤੋਂ ਬਾਅਦ ਫੁੱਲ ਉਹਨਾਂ ਨੂੰ ਕੀ ਸਮਝਾਉਂਦਾ। ਜਿਸ ਤਰ੍ਹਾਂ ਫੁੱਲ ਉਹਨਾਂ ਨੂੰ ਸਮਝਾਉਂਦਾ, ਇਸੇ ਤਰ੍ਹਾਂ ਤੁਸੀਂ ਵੀ ਸਾਡੇ ਸਕੂਲ ਦੀ ਬਗੀਚੀ ਦੇ, ਤੁਸੀਂ ਵੀ ਆਪਣੇ ਘਰਾਂ ਦੇ ਵਿਹੜਿਆਂ ਦੀ ਬਗੀਚੀ ਦੇ ਬਹੁਤ ਖੂਬਸੂਰਤ ਫੁੱਲ ਹੋ ਤੇ ਤੁਸੀਂ ਵੀ ਆਪਣੀ ਜਮਾਤ ਦੇ ਵਿੱਚ, ਆਪਣੇ ਸਕੂਲ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਇਸੇ ਤਰ੍ਹਾਂ ਰਲ ਮਿਲ ਕੇ ਰਹਿਣਾ ਹੈ। ਤੁਸੀਂ ਵੀ ਸਾਡੇ ਫੁੱਲ ਭੌਰੇ ਕਲੀਆਂ ਹੋ, ਸੋ ਤੁਸੀਂ ਵੀ ਆਪਸ ਦੇ ਵਿੱਚ ਇਸੇ ਤਰ੍ਹਾਂ ਰਲ ਕੇ ਸਮਾਜ ਦੇ ਵਿੱਚ ਰਹਿਣਾ ਹੈ। ਜਿਸ ਤਰ੍ਹਾਂ ਫੁੱਲ ਉਹਨਾਂ ਦੋਨਾਂ ਨੂੰ ਸੁਨੇਹਾ ਦਿੰਦਾ ਹੈ ਕਿ ਤੁਹਾਡੇ ਦੋਨਾਂ ਵਾਸਤੇ ਮੈਂ ਜਿਹੜਾ ਖਿੜਦਾ ਹਾਂ, ਮੈਂ ਤੁਹਾਡੇ ਦੋਨਾਂ ਵਾਸਤੇ ਮਹਿਕਾਂ ਬਖੇਰਦਾ ਹਾਂ। ਇਸੇ ਤਰ੍ਹਾਂ ਹੀ ਅਸੀਂ ਜਿੱਥੇ ਇਸ ਕਵਿਤਾ ਨੂੰ ਗਾ ਕੇ ਮਨੋਰੰਜਨ ਕੀਤਾ ਹੈ, ਇਸ ਦਾ ਆਨੰਦ ਮਾਣਿਆ ਹੈ, ਉਸੇ ਤਰ੍ਹਾਂ ਇਸ ਦੇ ਵਿੱਚ ਜੋ ਫੁੱਲਾਂ ਦਾ ਖੂਬਸੂਰਤ ਸੁਨੇਹਾ ਕਵੀ ਨੇ ਫੁੱਲਾਂ ਦੁਆਰਾ ਤਿਤਲੀਆਂ ਲਈ, ਭੌਰਿਆਂ ਲਈ ਤੇ ਨਾਲ ਸਾਡੇ ਪਿਆਰੇ ਪਿਆਰੇ ਵਿਦਿਆਰਥੀਆਂ ਲਈ ਇਹ ਖੂਬਸੂਰਤ ਸੁਨੇਹਾ ਜਿਹੜਾ ਦਿੱਤਾ ਹੈ, ਅਸੀਂ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੈ। ਕੇਵਲ ਸਕੂਲ ਦੇ ਵਿੱਚ ਹੀ ਨਹੀਂ, ਆਪਣੇ ਘਰਾਂ ਦੇ ਵਿੱਚ ਹੀ ਨਹੀਂ, ਅਸੀਂ ਆਪਣੇ ਆਲੇ ਦੁਆਲੇ ਵੀ, ਕਿਉਂਕਿ ਤੁਸੀਂ ਆਪ ਫੁੱਲਾਂ ਵਰਗੇ ਹੋ, ਅਸੀਂ ਵੀ ਖੁਸ਼ਬੂ ਬਖੇਰਨੀ ਹੈ ਚੰਗੇ ਗੁਣਾਂ ਦੀ, ਚੰਗੇ ਬੋਲਾਂ ਦੀ, ਚੰਗੇ ਸੁਭਾਅ ਦੀ, ਚੰਗੇ ਵਿਵਹਾਰ ਦੀ। ਚੰਗੇ ਬਣ ਕੇ ਅਸੀਂ ਆਪਣੀ ਖੁਸ਼ਬੂ ਆ ਜਿਹੜੀ ਸਮਾਜ ਦੇ ਵਿੱਚ ਬਖੇਰਨੀ ਹੈ, ਖੁਸ਼ਬੂ ਵੰਡਣੀ ਹੈ।
ਸੋ ਆਪਾਂ ਦੇਖਦੇ ਹਾਂ ਕਿ ਕਵੀ ਸਾਨੂੰ ਕੀ ਕਹਿਣਾ ਚਾਹੁੰਦਾ ਹੈ। ਫੁੱਲਾਂ ਦਾ ਸੁਨੇਹਾ ਕਿਹੜਾ ਦਿੰਦਾ ਹੈ। ਪਹਿਲਾਂ ਤਿਤਲੀ ਬੋਲਦੀ ਹੈ ਕਿ ਮੈਂ ਤਿਤਲੀ ਸੁੰਦਰ ਬਾਗ ਦੀ, ਮੇਰੇ ਫੁੱਲਾਂ ਦੇ ਕਈ ਰੰਗ, ਜਿਉਂ ਚੁੰਨੀਆਂ ਰੰਗ ਬਰੰਗੀਆਂ, ਕੋਈ ਥਾਂ ਥਾਂ ਦੇਵੇ ਟੰਗ। ਜਿਸ ਤਰ੍ਹਾਂ ਥਾਂ ਥਾਂ 'ਤੇ ਰੰਗ ਬਰੰਗੀਆਂ ਚੁੰਨੀਆਂ ਟੰਗੀਆਂ ਹੋਣ, ਉਸੇ ਤਰ੍ਹਾਂ ਜਿਹੜੇ ਮੇਰੇ ਬਾਗ ਦੇ ਫੁੱਲ ਨੇ ਉਹ ਬਹੁਤ ਸੋਹਣੇ ਖਿੜੇ ਹੋਏ ਨੇ। ਮੈਂ ਤਿਤਲੀ ਉਸ ਬਾਗ ਦੀ ਜਿੱਥੇ ਬਹੁਤ ਸੋਹਣੇ ਸੋਹਣੇ ਜਿਹੜੇ ਫੁੱਲ ਨੇ ਉਹ ਖਿੜੇ ਹੋਏ ਨੇ। ਜਦੋਂ ਅਸੀਂ ਇਸ ਕਵਿਤਾ ਨੂੰ ਪੜ੍ਹਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਉਹ ਸੋਹਣੇ ਸੋਹਣੇ ਫੁੱਲ ਖਿੜ ਗਏ ਨੇ। ਗੁਲਾਬ ਦਾ ਫੁੱਲ, ਗੇਂਦੇ ਦਾ ਫੁੱਲ ਅਤੇ ਕਿੰਨੇ ਹੋਰ ਖੂਬਸੂਰਤ ਫੁੱਲ ਜਿਹੜੇ ਸਾਡੀ ਸਕੂਲ ਦੀ ਕਿਆਰੀ ਦੇ ਵਿੱਚ, ਜਿਹੜੇ ਸਾਡੇ ਘਰਾਂ ਦੇ ਵਿਹੜਿਆਂ ਦੇ ਵਿੱਚ ਖਿੜੇ ਹੋਏ ਨੇ। ਤਿਤਲੀ ਕਹਿੰਦੀ ਹੈ ਇਹ ਰੰਗ ਨਹੀਂ ਮੇਰੇ ਆਪਣੇ, ਫੁੱਲਾਂ ਤੋਂ ਲਏ ਨੇ ਮੰਗ, ਮੈਂ ਫੁੱਲਾਂ ਗਿਰਦੇ ਘੁੰਮਦੀ ਨਿਤ ਹੋ ਕੇ ਮਸਤ ਮਲੰਗ। ਤਿਤਲੀ ਕਹਿੰਦੀ ਹੈ ਕਿ ਇਹ ਰੰਗ ਮੇਰੇ ਨਹੀਂ, ਮੈਂ ਕਿੱਥੋਂ ਮੰਗੇ ਨੇ, ਮੈਂ ਫੁੱਲਾਂ ਤੋਂ ਇਹ ਰੰਗ ਮੰਗੇ ਨੇ। ਮੈਂ ਫੁੱਲਾਂ ਦੇ ਦੁਆਲੇ ਪੂਰੀ ਮਸਤੀ ਦੇ ਨਾਲ ਘੁੰਮਦੀ ਹਾਂ, ਮੈਨੂੰ ਡਰ ਨਹੀਂ ਕਿਸੇ ਵੀ ਹੋਰ ਦਾ, ਮੈਂ ਹੋ ਕੇ ਫਿਰਾਂ ਨਿਸੰਗ, ਰਹੇ ਖਿੜਿਆ ਫੁੱਲ ਹਮੇਸ਼ ਇਹ ਮੇਰੇ ਦਿਲ ਦੀ ਇਹੋ ਉਮੰਗ। ਤਿਤਲੀ ਕਹਿੰਦੀ ਆ ਕਿ ਮੇਰੇ ਦਿਲ ਦੀ ਇਹੋ ਇੱਛਾ, ਇਹੋ ਰੀਝ, ਇਹੋ ਅਰਦਾਸ ਕਿ ਜਿਹੜਾ ਇਹ ਫੁੱਲ ਆ ਹਮੇਸ਼ਾ ਖਿੜਿਆ ਰਹੇ, ਪੌਣਾਂ ਦੇ ਵਿੱਚ ਖੁਸ਼ਬੂ ਬਖੇਰਦਾ ਰਹੇ। ਮੈਨੂੰ ਕਿਸੇ ਦਾ ਵੀ ਡਰ ਨਹੀਂ, ਮੈਂ ਫੁੱਲਾਂ ਦੇ ਉੱਤੇ ਮਸਤੀ ਦੇ ਨਾਲ ਘੁੰਮਦੀ ਫਿਰਦੀ ਹਾਂ। ਅਤੇ ਇਸ ਗੱਲ ਦਾ ਜਵਾਬ ਭੌਰਾ ਦਿੰਦਾ ਹੈ। ਭੌਰਾ ਕਹਿੰਦਾ ਕਿ ਸੁੰਦਰ ਬਾਗ ਤਿਤਲੀ ਦਾ ਨਹੀਂ, ਮੇਰਾ ਹੈ। ਭੌਰਾ ਕਹਿੰਦਾ ਹੈ ਮੈਂ ਭੌਰਾ ਸੁੰਦਰ ਬਾਗ ਦਾ, ਮੇਰਾ ਫੁੱਲਾਂ ਨਾਲ ਪਿਆਰ, ਮੇਰੇ ਸਾਹਾਂ ਅੰਦਰ ਮਹਿਕਦੀ ਇਹਨਾਂ ਫੁੱਲਾਂ ਜਿਹੀ ਬਹਾਰ। ਭੌਰਾ ਕਹਿੰਦਾ ਕਿ ਉਸ ਸੁੰਦਰ ਬਾਗ ਦਾ ਮੈਂ ਭੌਰਾ ਹਾਂ, ਮੇਰਾ ਫੁੱਲਾਂ ਨਾਲ ਬਹੁਤ ਪਿਆਰ ਆ, ਮੇਰੇ ਸਾਹਾਂ ਅੰਦਰ ਜਿਹੜੀ ਬਹਾਰ ਹੈ ਉਹ ਫੁੱਲਾਂ ਦੀ ਮਹਿਕਦੀ ਹੈ। ਮੈਂ ਪੀ ਪੀ ਰਸ ਜਿਉਂਦਾ, ਮੈਨੂੰ ਚੜ੍ਹਿਆ ਰਹੇ ਖੁਮਾਰ, ਮੈਂ ਫੁੱਲਾਂ ਤੋਂ ਰਸ ਪੀਂਦਾ ਹਾਂ ਅਤੇ ਮੈਨੂੰ ਹਮੇਸ਼ਾ ਉਸ ਦੀ ਖੁਮਾਰੀ ਚੜ੍ਹੀ ਰਹਿੰਦੀ ਹੈ। ਇਹਨਾਂ ਫੁੱਲਾਂ ਕਰਕੇ ਜਾਪਦਾ ਮੈਨੂੰ ਸੁੰਦਰ ਸਭ ਸੰਸਾਰ, ਇਹਨਾਂ ਫੁੱਲਾਂ ਕਰਕੇ ਮੈਨੂੰ ਸਾਰਾ ਸੰਸਾਰ ਸੋਹਣਾ ਲੱਗਦਾ, ਪਿਆਰਾ ਲੱਗਦਾ। ਜਿਸ ਤਰ੍ਹਾਂ ਤੁਸੀਂ ਵੀ ਫੁੱਲ ਹੋ, ਤੁਹਾਡੇ ਕਰਕੇ ਮਾਤਾ ਪਿਤਾ ਨੂੰ ਸਾਰਾ ਸੰਸਾਰ ਸੋਹਣਾ ਲੱਗਦਾ, ਤੁਹਾਡੇ ਕਰਕੇ ਅਧਿਆਪਕਾਂ ਨੂੰ ਇਹ ਸਾਰਾ ਸੰਸਾਰ ਸੋਹਣਾ ਲੱਗਦਾ। ਇਸੇ ਤਰ੍ਹਾਂ ਭੌਰਾ ਆਖਦਾ ਕਿ ਇਹਨਾਂ ਫੁੱਲਾਂ ਕਰਕੇ ਮੈਨੂੰ ਸਾਰਾ ਜਿਹੜਾ ਸੰਸਾਰ ਆ ਉਹ ਬਹੁਤ ਸੋਹਣਾ ਲੱਗਦਾ। ਨਿਤ ਰਾਗ ਸੁਣਾਵਾਂ ਇਹਨਾਂ ਨੂੰ ਮੈਂ ਛੇੜ ਕੇ ਦਿਲ ਦੀ ਤਾਰ, ਮੈਂ ਨੌਕਰ ਬਿਨ ਤਨਖਾਹ ਦੇ ਇਹਨਾਂ ਫੁੱਲਾਂ ਦੇ ਦਰਬਾਰ, ਇਹਨਾਂ ਫੁੱਲਾਂ ਦੇ ਦਰਬਾਰ ਵਿੱਚ ਮੈਂ ਬਿਨਾਂ ਤਨਖਾਹ ਤੋਂ ਨੌਕਰੀ ਕਰਦਾ। ਮੈਂ ਹਮੇਸ਼ਾ ਹੀ ਇਹਨਾਂ ਪਿਆਰੇ ਫੁੱਲਾਂ ਨੂੰ ਮਿੱਠੇ ਮਿੱਠੇ ਰਾਗ ਸੁਣਾਉਂਦਾ, ਕਿਉਂਕਿ ਤੁਸੀਂ ਵੇਖਿਆ ਹੋਣਾ ਕਿ ਭੌਰਾ ਪੀ ਪੀ ਲਗਾਤਾਰ ਕਰਦਾ ਰਹਿੰਦਾ। ਕਹਿੰਦਾ ਮੈਂ ਉਹ ਰਾਗ ਕਿਹਦੇ ਲਈ ਸੁਣਾਉਣਾ, ਫੁੱਲਾਂ ਲਈ। ਅਤੇ ਇਸ ਗੱਲ ਤੋਂ ਬਾਅਦ ਤਿਤਲੀ ਕੀ ਕਹਿੰਦੀ ਆ, ਜਾਂ ਬੈਠ ਪਰਾਂ ਬੜਬੋਲਿਆ ਨਾ ਸਿਰ 'ਤੇ ਚੜ੍ਹਦਾ ਜਾ। ਤਿਤਲੀ ਕਹਿੰਦੀ ਹੈ ਕਿ ਤੂੰ ਬਹੁਤ ਬੜਬੋਲਾਂ, ਤੂੰ ਬਹੁਤ ਬੋਲਣ ਵਾਲਾ, ਤੂੰ ਮੇਰੇ ਸਿਰ 'ਤੇ ਨੂੰ ਨਾ ਚੜ੍ਹਦਾ ਆ, ਮੈਂ ਖੰਭ ਹਿਲਾ ਕੇ ਆਪਣੇ ਹਰ ਫੁੱਲ ਨੂੰ ਦਿਆਂ ਹਵਾ। ਤਿਤਲੀ ਕਹਿੰਦੀ ਹੈ ਕਿ ਜਦੋਂ ਮੈਂ ਉੱਡਦੀ ਹਾਂ ਮੇਰੇ ਖੰਭ ਹਿਲਦੇ ਨੇ, ਮੈਂ ਫੁੱਲਾਂ ਨੂੰ ਕੀ ਦਿੰਦੀ ਹਾਂ, ਹਵਾ ਦਿੰਦੀ ਹਾਂ। ਜਿਉਂ ਪੱਖਾ ਝੱਲ ਕੇ ਸੁੰਦਰੀ ਦੇ ਆਪਣਾ ਕੰਤ ਸਵਾ, ਜਿਵੇਂ ਕੋਈ ਸੁੰਦਰੀ ਆਪਣੇ ਕੰਤ ਲਈ, ਆਪਣੇ ਮਾਹੀ ਲਈ ਪੱਖਾ ਝੱਲ ਕੇ ਉਸ ਨੂੰ ਸਵਾ ਦਿੰਦੀ ਹੈ, ਉਸ ਨੂੰ ਨੀਂਦ ਆ ਜਾਂਦੀ ਹੈ, ਉਸੇ ਤਰ੍ਹਾਂ ਮੈਂ ਉਸ ਨੂੰ ਸਵਾ ਦਿੰਦੀ ਹਾਂ ਫੁੱਲ ਨੂੰ। ਪਰ ਤੂੰ ਕੀ ਕਰਦਾ, ਤੂੰ ਉਲਟਾ ਕਰਕੇ ਭੂੰ ਭੂੰ ਰਿਹਾ ਸੁੱਤਿਆਂ ਤਾਈਂ ਜਗਾ। ਭੌਰਾ ਕਹਿੰਦਾ ਮੈਂ ਉਸ ਨੂੰ ਰਾਗ ਸੁਣਾਉਣਾ, ਪਰ ਤਿਤਲੀ ਉਸ ਨੂੰ ਕੀ ਕਹਿੰਦੀ ਆ, ਬਈ ਤੂੰ ਭੂੰ ਭੂੰ ਕਰਕੇ ਉਸ ਸੁੱਤੇ ਹੋਏ ਫੁੱਲ ਨੂੰ ਜਗਾ ਦੇਣਾ। ਇਸ ਤੋਂ ਬਾਅਦ ਫਿਰ ਭੌਰਾ ਕੀ ਕਹਿੰਦਾ, ਜਾ ਨਹੀਂ ਵੱਡੀਆਂ ਅਕਲਾਂ ਵਾਲੀਏ, ਤੇਰਾ ਨਾਲ ਅਕਲ ਦੇ ਬੈਰ। ਭੌਰਾ ਕਹਿੰਦਾ ਤਿਤਲੀ ਨੂੰ ਵੀ ਤੈਨੂੰ ਅਕਲ ਨਹੀਂ ਹੈਗੀ, ਤੇਰਾ ਅਕਲ ਦੇ ਨਾਲ ਬੈਰ ਆ, ਤੂੰ ਆਪਣੇ ਆਪ ਨੂੰ ਬਹੁਤ ਵੱਡੀ ਅਕਲ ਵਾਲੀ ਸਮਝਦੀ ਹਾਂ। ਜੋ ਸੁੱਤੇ ਰਹੇ ਸੋ ਮਰ ਗਏ, ਨਹੀਂ ਪੈਂਦੀ ਉਹਨਾਂ ਨੂੰ ਖੈਰ। ਵੀ ਜਿਹੜੇ ਸੁੱਤੇ ਰਹਿੰਦੇ ਨੇ, ਤੂੰ ਕਹਿੰਦੀ ਆ ਮੈਂ ਫੁੱਲ ਨੂੰ ਸਵਾ ਦਿੰਦੀ ਹਾਂ, ਪਰ ਜਿਹੜੇ ਸੁੱਤੇ ਰਹਿੰਦੇ ਨੇ ਉਹ ਮਰ ਜਾਂਦੇ ਨੇ, ਉਹਨਾਂ ਨੂੰ ਖੈਰ ਨਹੀਂ ਪੈਂਦੀ, ਉਹ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕਦੇ। ਜੋ ਜਾਗਣ ਮਾਰਨ ਮੰਜ਼ਲਾਂ ਨਹੀਂ, ਉਹ ਅਗਾਂਹ ਵਧਾ ਕੇ ਪੈਰ। ਭੌਰਾ ਕਹਿੰਦਾ ਕਿ ਮੈਂ ਫੁੱਲਾਂ ਨੂੰ ਜਗਾ ਕੇ ਰੱਖਦਾ, ਜਿਹੜੇ ਲੋਕ ਜਾਗਦੇ ਨੇ ਉਹੀ ਜ਼ਿੰਦਗੀ ਦੇ ਵਿੱਚ ਮੰਜ਼ਲਾਂ ਪਾਉਂਦੇ ਨੇ, ਉਹੀ ਪੈਰ ਅੱਗੇ ਵਧਾਉਂਦੇ ਨੇ। ਤੂੰ ਮਿੱਤਰ ਨਹੀਂ ਹੈ ਫੁੱਲ ਦੀ, ਤੂੰ ਦੁਸ਼ਮਣ ਕੋਈ ਗੈਰ, ਤੂੰ ਫੁੱਲ ਦੀ ਕੋਈ ਮਿੱਤਰ ਨਹੀਂ, ਤੂੰ ਉਹਦੀ ਦੁਸ਼ਮਣ ਆ। ਫਿਰ ਤਿਤਲੀ ਕੀ ਆਖਦੀ ਆ, ਮੈਂ ਫੁੱਲਾਂ ਅੰਦਰ ਵਸਦੀ ਜਾਂ ਉਹਨਾਂ ਵਿੱਚ ਖੁਸ਼ਬੂ। ਤਿਤਲੀ ਕਹਿੰਦੀ ਆ ਜਿਵੇਂ ਫੁੱਲਾਂ ਦੇ ਵਿੱਚ ਖੁਸ਼ਬੂ ਵਸਦੀ ਆ, ਮੈਂ ਉਸੇ ਤਰ੍ਹਾਂ ਉਹਨਾਂ ਦੇ ਵਿੱਚ ਵਸਦੀ ਹਾਂ। ਫਿਰ ਭੌਰਾ ਆਖਦਾ ਕੁੱਲ ਰੰਗ ਰਚਾ ਕੇ ਰੋਮ ਰੋਮ, ਮੈਂ ਆਪ ਗਿਆ ਰੰਗ ਹੋ, ਕਿ ਮੈਂ ਵੀ ਆਪ ਰੰਗਾਂ ਵਰਗਾ ਹੋ ਗਿਆ। ਅਤੇ ਫਿਰ ਇਸ ਤੋਂ ਬਾਅਦ ਜਦੋਂ ਫੁੱਲ ਉਹਨਾਂ ਦੀ ਗੱਲਬਾਤ ਸੁਣਦਾ ਤਾਂ ਫੁੱਲ ਕੀ ਕਹਿੰਦਾ, ਕਿਉਂ ਲੜਦੇ ਹੋ ਮੇਰੇ ਆਸ਼ਕੋ, ਮੈਨੂੰ ਦੋਹਾਂ ਨਾਲ ਪਿਆਰ ਨਹੀਂ, ਉੱਚਾ ਨੀਵਾਂ ਕੋਈ ਵੀ, ਮੈਂ ਜਾਣਾ ਸਭ ਇੱਕਸਾਰ, ਮੈਂ ਭਰ ਭਰ ਵੰਡਾਂ ਝੋਲੀਆਂ, ਮੇਰਾ ਭਰਿਆ ਰਹੇ ਭੰਡਾਰ।
ਫੁੱਲ ਕਹਿੰਦਾ ਕਿ ਤੁਸੀਂ ਦੋਨੇ ਕਿਉਂ ਲੜਦੇ ਹੋ, ਮੇਰਾ ਦੋਨਾਂ ਦੇ ਨਾਲ ਪਿਆਰ ਆ। ਮੇਰੀ ਨਿਗਾਹ ਦੇ ਵਿੱਚ, ਮੇਰੀ ਨਜ਼ਰ ਦੇ ਵਿੱਚ ਕੋਈ ਤੁਹਾਡੇ 'ਚੋਂ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਮੈਂ ਤੁਹਾਨੂੰ ਬਰਾਬਰ ਸਮਝਦਾ। ਮੈਂ ਦੋਨਾਂ ਲਈ ਮੇਰਾ ਭੰਡਾਰਾ ਭਰਿਆ ਹੋਇਆ, ਮੈਂ ਭਰ ਝੋਲੀਆਂ ਪਿਆਰ ਦੀਆਂ ਖੁਸ਼ਬੂਆਂ ਦੀਆਂ ਤੁਹਾਨੂੰ ਦੋਨਾਂ ਨੂੰ ਵੰਡਦਾ। ਰਹੋ ਵਸਦੇ ਰਸਦੇ ਖੇਡਦੇ ਮੇਰੇ ਦਿਲ ਦੀ ਇਹੋ ਉਮੰਗ, ਨਾ ਖੰਭੜੀ ਟੁੱਟੇ ਕਿਸੇ ਦੀ, ਨਾ ਬੀਣੀਓ ਟੁੱਟੇ ਵੰਗ, ਰਲ ਬਚਨ ਦਿਓ ਮੈਨੂੰ ਸੁੱਚੜਾ, ਨਹੀਂ ਕਦੇ ਕਰਾਂਗੇ ਜੰਗ। ਫੁੱਲ ਕਹਿੰਦਾ ਹੈ ਕਿ ਤੁਸੀਂ ਹੱਸਦੇ ਵਸਦੇ ਖੇਡਦੇ ਰਹੋ, ਮੇਰੇ ਦਿਲ ਦੀ ਇਹੋ ਇੱਛਾ ਹੈ, ਤੇ ਨਾ ਹੀ ਕਿਸੇ ਦੀ ਖੰਭੜੀ ਟੁੱਟੇ ਤੇ ਨਾ ਕਿਸੇ ਦੀ ਬੀਣੀਓ ਵੰਗ ਟੁੱਟੇ। ਤੁਸੀਂ ਮੈਨੂੰ ਇਹ ਬਚਨ ਦਿਓ ਕਿ ਤੁਸੀਂ ਆਪਸ ਦੇ ਵਿੱਚ ਕਦੇ ਵੀ ਲੜਾਈ ਨਹੀਂ ਕਰੋਗੇ, ਤੁਸੀਂ ਪਿਆਰ ਦੇ ਨਾਲ ਹਮੇਸ਼ਾ ਹੀ ਰਹੋਗੇ। ਇਸ ਕਵਿਤਾ ਤੋਂ ਬਾਅਦ ਤੁਹਾਡੀ ਪਾਠ ਪੁਸਤਕ ਦੇ ਵਿੱਚ, ਪਾਠ ਅਭਿਆਸ ਦੇ ਵਿੱਚ ਕੁਝ ਔਖੇ ਸ਼ਬਦਾਂ ਦੇ ਅਰਥ ਵੀ ਦਿੱਤੇ ਗਏ ਨੇ। ਆਪਾਂ ਉਹਨਾਂ ਦੇ ਪਹਿਲਾਂ ਅਰਥ ਪੜ੍ਹਦੇ ਹਾਂ। ਮਸਤ ਮਲੰਗ, ਮਨ ਮੌਜੀ ਬੇਪਰਵਾਹ, ਨਿਸੰਗ ਬੇਝਿਜਕ ਨਿਡਰ, ਹਮੇਸ਼ ਹਮੇਸ਼ਾ ਸਦਾ, ਉਮੰਗ ਇੱਛਾ ਤਾਂਗ, ਗੁਲਜ਼ਾਰ ਬਾਗ ਫੁਲਵਾੜੀ, ਦੁਸ਼ਮਣ ਵੈਰੀ ਵਿਰੋਧੀ, ਕੰਤ ਘਰ ਵਾਲਾ ਪਤੀ, ਖੁਮਾਰ ਮਸਤੀ ਨਸ਼ਾ। ਕੁਝ ਕੁ ਪ੍ਰਸ਼ਨ ਨੇ ਜਿਨ੍ਹਾਂ ਦੇ ਆਪਾਂ ਉੱਤਰ ਵੀ ਯਾਦ ਕਰਨੇ ਨੇ ਤੇ ਲਿਖਣੇ ਨੇ। ਤਿਤਲੀ ਨੇ ਆਪਣੇ ਰੰਗ ਕਿਸ ਤੋਂ ਲਏ ਹਨ ਅਤੇ ਉਸ ਦੇ ਦਿਲ ਵਿੱਚ ਕੀ ਉਮੰਗ ਹੈ? ਉੱਤਰ, ਤਿਤਲੀ ਨੇ ਆਪਣੇ ਰੰਗ ਫੁੱਲਾਂ ਤੋਂ ਲਏ ਹਨ, ਉਸ ਦੇ ਦਿਲ ਦੀ ਉਮੰਗ ਹੈ ਕਿ ਇਹ ਫੁੱਲ ਹਮੇਸ਼ਾ ਖਿੜੇ ਰਹਿਣ। ਭੌਰਾ ਫੁੱਲਾਂ ਨੂੰ ਕੀ ਸੁਣਾਉਂਦਾ ਹੈ? ਭੌਰਾ ਫੁੱਲਾਂ ਨੂੰ ਸੁਣਾਉਂਦਾ ਹੈ ਕਿ ਉਹ ਸੁੰਦਰ ਬਾਗ ਦਾ ਭਰਾ ਹੈ, ਉਸ ਦਾ ਫੁੱਲਾਂ ਨਾਲ ਪਿਆਰ ਹੈ, ਉਹ ਉਹਨਾਂ ਦਾ ਰਸ ਪੀ ਕੇ ਜਿਉਂਦਾ ਹੈ, ਉਹਨਾਂ ਕਰਕੇ ਸਾਰਾ ਸੰਸਾਰ ਸੁੰਦਰ ਜਾਪਦਾ ਹੈ। ਉਹ ਫੁੱਲਾਂ ਦਾ ਬਿਨ ਤਨਖਾਹ ਤੋਂ ਨੌਕਰ ਹੈ। ਜੋ ਜਾਗਦੇ ਹਨ ਉਹਨਾਂ ਨੂੰ ਕਿਹੜੀ ਚੀਜ਼ ਪ੍ਰਾਪਤ ਹੁੰਦੀ ਹੈ? ਜੋ ਜਾਗਦੇ ਹਨ ਉਹ ਕਦਮ ਅੱਗੇ ਵਧਾ ਕੇ ਆਪਣੀਆਂ ਮੰਜ਼ਲਾਂ ਉੱਤੇ ਪਹੁੰਚਦੇ ਹਨ। ਫੁੱਲ ਤਿਤਲੀ ਤੇ ਭੌਰੇ ਨੂੰ ਕੀ ਸੁਨੇਹਾ ਦਿੰਦਾ ਹੈ? ਫੁੱਲ ਤਿਤਲੀ ਤੇ ਭੌਰੇ ਨੂੰ ਸੁਨੇਹਾ ਦਿੰਦਾ ਹੈ ਕਿ ਉਹ ਆਪਸ ਵਿੱਚ ਲੜਨ ਨਾ, ਉਹ ਦੋਹਾਂ ਨੂੰ ਪਿਆਰ ਕਰਦਾ ਹੈ, ਉਹਨਾਂ ਵਿੱਚੋਂ ਕੋਈ ਵੀ ਉੱਚਾ ਨੀਵਾਂ ਨਹੀਂ। ਇਸ ਕਰਕੇ ਉਹ ਉਸ ਨੂੰ ਬਚਨ ਦੇਣ ਕਿ ਉਹ ਕਦੇ ਵੀ ਲੜਨਗੇ ਨਹੀਂ। ਕੁਝ ਕੁ ਸ਼ਬਦਾਂ ਦੇ ਅਸੀਂ ਵਾਕ ਬਣਾਉਣੇ ਹਨ। ਸੁੰਦਰ ਸੋਹਣਾ, ਬਾਗ ਸੁੰਦਰ ਫੁੱਲਾਂ ਨਾਲ ਭਰਿਆ ਪਿਆ ਹੈ। ਸੰਸਾਰ ਦੁਨੀਆ, ਭਾਰਤ ਸੰਸਾਰ ਦਾ ਇੱਕ ਅਮਨ ਪਸੰਦ ਦੇਸ਼ ਹੈ। ਮਿੱਤਰ ਦੋਸਤ, ਚੰਗੇ ਮਿੱਤਰ ਹੀ ਮੁਸੀਬਤ ਵੇਲੇ ਨਾਲ ਖੜਦੇ ਹਨ। ਭੰਡਾਰ, ਚੀਜ਼ਾਂ ਇਕੱਠੀਆਂ ਕਰਨ ਦੀ ਥਾਂ। ਭਾਰਤ ਦੇ ਅੰਨ ਭੰਡਾਰ ਵਿੱਚ ਪੰਜਾਬ ਦਾ ਅਹਿਮ ਸਥਾਨ ਹੈ। ਅਸੀਂ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ ਅਤੇ ਸਮਾਸੀ ਸ਼ਬਦ ਚੁਣ ਕੇ ਆਪਣੀ ਕਾਪੀ ਵਿੱਚ ਲਿਖਣੇ ਹਨ। ਕੁਝ ਕੁ ਨਾਮ ਸ਼ਬਦ ਹਨ: ਤਿਤਲੀ, ਬਾਗ, ਫੁੱਲਾਂ, ਰੰਗ, ਚੁੰਨੀਆਂ, ਡਰ, ਦਿਲ, ਉਮੰਗ। ਪੜਨਾਮ, ਜਿਹੜਾ ਸ਼ਬਦ ਨਾਮ ਦੀ ਥਾਂ 'ਤੇ ਵਰਤਿਆ ਜਾਵੇ ਉਸ ਨੂੰ ਆਪਾਂ ਪੜਨਾਮ ਆਖਦੇ ਹਾਂ। ਕੋਈ, ਮੈਂ, ਮੈਨੂੰ, ਕਿਸੇ ਹੋਰ। ਵਿਸ਼ੇਸ਼ਣ, ਜੋ ਨਾਮ ਤੇ ਪੜਨਾਮ ਦੀ ਵਿਸ਼ੇਸ਼ਤਾ ਦੱਸਦਾ ਹੋਵੇ। ਸੁੰਦਰ, ਮੇਰੇ, ਕਈ, ਰੰਗ ਬਿਰੰਗੀਆਂ। ਕਿਰਿਆ, ਟੰਗ, ਲਏ ਨੇ, ਘੁੰਮਦੀ ਹੈ, ਰਹੇ ਖਿੜਿਆ। ਸਮਾਸੀ, ਥਾਂ ਥਾਂ, ਮਸਤ ਮਲੰਗ। ਇਸੇ ਤਰ੍ਹਾਂ ਇੱਕ ਹੋਰ ਕੰਮ ਜੋ ਅਸੀਂ ਕਰਨਾ ਹੈ, ਸਾਡੀ ਪਾਠ ਅਭਿਆਸ ਦੇ ਵਿੱਚ ਲਿਖਿਆ ਹੈ। ਇਸ ਕਵਿਤਾ ਵਿੱਚ ਇੱਕ ਲੈਅ ਵਾਲੇ ਹੋਰ ਸ਼ਬਦ ਚੁਣੋ, ਜਿਵੇਂ ਕਿ ਉਦਾਹਰਨ ਵਿੱਚ ਦੱਸਿਆ ਗਿਆ ਹੈ: ਵੰਗ ਜੰਗ, ਖੁਮਾਰ ਸੰਸਾਰ, ਤਾਰ ਦਰਬਾਰ, ਜਾ ਹਵਾ, ਸਵਾ ਜਗਾ, ਵੈਰ ਖੈਰ। ਇਸ ਖੂਬਸੂਰਤ ਕਾਵਿ ਨਾਟਕ ਨੂੰ ਅਸੀਂ ਆਪਣੀ ਜਮਾਤ ਵਿੱਚ ਜਾਂ ਸਵੇਰ ਦੀ ਸਭਾ ਵਿੱਚ ਜਾਂ ਸਕੂਲ ਦੇ ਕਿਸੇ ਵੀ ਸਮਾਗਮ ਦੇ ਵਿੱਚ ਬੜੇ ਖੂਬਸੂਰਤ ਢੰਗ ਨਾਲ ਯਾਦ ਕਰਕੇ ਕਈ ਵਿਦਿਆਰਥੀਆਂ ਨੇ ਰਲ ਕੇ ਵੀ ਪੇਸ਼ਕਾਰੀ ਕਰਨੀ ਹੈ। ਜੇਕਰ ਅਸੀਂ ਇਸ ਨੂੰ ਆਪਣੀ ਜਮਾਤ ਦੇ ਵਿੱਚ ਜਾਂ ਸਕੂਲ ਵਿੱਚ ਇਸੇ ਤਰ੍ਹਾਂ ਹੀ ਫੁੱਲਾਂ ਦਾ ਸੁਨੇਹਾ ਦਿੰਦੇ ਹਾਂ ਤਾਂ ਇੱਕ ਬਹੁਤ ਵਧੀਆ ਗੱਲ ਹੋਵੇਗੀ, ਇੱਕ ਬਹੁਤ ਵਧੀਆ ਪੇਸ਼ਕਾਰੀ ਹੋਵੇਗੀ। ਇਸ ਤਰ੍ਹਾਂ ਇਹ ਖੂਬਸੂਰਤ ਰਚਨਾਵਾਂ ਜਿੱਥੇ ਸਾਨੂੰ ਬਹੁਤ ਵਧੀਆ ਸੁਨੇਹਾ ਦਿੰਦੀਆਂ ਨੇ, ਸਾਡੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਂਦੀਆਂ ਨੇ, ਸਾਨੂੰ ਸੋਹਣੇ ਵਿਚਾਰ ਦਿੰਦੀਆਂ ਨੇ। ਸੋ ਉਮੀਦ ਕਰਦੇ ਹਾਂ ਕਿ ਫੁੱਲਾਂ ਦਾ ਸੁਨੇਹਾ ਸਾਡੇ ਪਿਆਰੇ ਪਿਆਰੇ ਵਿਦਿਆਰਥੀਆਂ ਨੂੰ ਪਸੰਦ ਆਇਆ ਹੋਵੇਗਾ ਤੇ ਫੁੱਲਾਂ ਦਾ ਇਹ ਸੁਨੇਹਾ ਕਿ ਹਮੇਸ਼ਾ ਸਾਡੇ ਵਿਦਿਆਰਥੀ ਰਲ ਮਿਲ ਕੇ ਰਹਿਣ, ਖਿੜੇ ਰਹਿਣ, ਆਪਸ ਵਿੱਚ ਇੱਕ ਦੂਜੇ ਨੂੰ ਸਹਿਯੋਗ ਦੇ ਕੇ ਰਹਿਣ। ਫੁੱਲਾਂ ਦਾ ਇਹ ਸੁਨੇਹਾ ਹਮੇਸ਼ਾ ਹੀ ਸਾਡੇ ਵਿਦਿਆਰਥੀ ਯਾਦ ਰੱਖਣਗੇ।